ਲਿਖ ਕੋ ਕਹਿ ਨਾ ਸਕਤ ਕੇਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਾਸੁਰ ਨੇਤ ਨੇਤ ਮਨ ਤ੍ਰਿਣ ਕਹਿਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਬੇਸੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਰਬੱਤ ਸੰਗਤ ਰਸਨਾ ਕਰੋ ਪਵਿੱਤਰ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤ ਬੜੇ ਪ੍ਰੇਮ ਦੇ ਨਾਲ ਧੰਨ ਬਾਬਾ ਜਵਾਹਰ ਦਾਸ ਜੀ ਦੇ ਪਵਿੱਤਰ ਸਥਾਨ ਉੱਪਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੀ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਸ੍ਰੀ ਮੁਖਵਾਕ ਬਾਣੀ ਦੀ ਕਥਾ ਵਿਚਾਰ ਸ਼੍ਰਵਣ ਕਰਦੇ ਆ ਰਹੇ ਹੋ। 16 ਪੌੜੀਆਂ ਦੀ ਕਥਾ ਹੋ ਚੁੱਕੀ ਹੈ। 17ਵੀਂ ਪੌੜੀ ਤੋਂ ਕਥਾ ਆਰੰਭ ਹੋ ਰਹੀ ਹੈ। ਆਪ ਸੰਗਤ ਅਸੀਸ ਬਖਸ਼ੋ। ਸਾਹਿਬ ਅੰਮ੍ਰਿਤ ਕੇ ਦਾਤੇ, ਪੰਥ ਦੇ ਵਾਲੀ ਕਲਗੀਧਰ ਸਵਾਮੀ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਦੇ ਹੋਏ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਦੇ ਨੇ, ਸਲਾਹੁਤਾ ਕਰਦੇ ਨੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਹਿਗੁਰੂ ਜੀ ਦੇ ਕਰਮਨਾਮਾਂ ਨੂੰ ਵਿਖਿਆਨ ਕਰਦੇ ਨੇ, ਵਰਣਨ ਕਰਦੇ ਨੇ। ਨਮਸਤੰ ਅਜਾਤੇ, ਨਮਸਕਾਰ ਹੈ ਉਸ ਵਾਹਿਗੁਰੂ ਪਰਮੇਸ਼ਰ ਦੇ ਤਾਈ ਜਿਹੜਾ ਕਿ ਅਜਾਤ, ਜਾਤ ਦਾ ਅਰਥ ਹੁੰਦਾ ਹੈ ਜਾਤਾਂ ਪਾਤਾਂ ਸੰਸਾਰ ਦੇ ਲੋਕਾਂ ਨੇ ਬਣਾਈਆਂ ਨੇ, ਖੱਤਰੀ ਬ੍ਰਾਹਮਣ ਸੂਦ ਬੈਸ। ਐਸੀਆਂ ਜਾਤਾਂ ਪਾਤਾਂ ਤੋਂ ਵਾਹਿਗੁਰੂ ਆਪ ਮੈਨੇ ਰਹਿਤ ਹੈ। ਵਾਹਿਗੁਰੂ ਪਰਮੇਸ਼ਰ ਦੀ ਕੋਈ ਜਾਤ ਨਹੀਂ, ਪ੍ਰੇਮ ਦੇ ਵਸ ਹੈ। ਕੋਈ ਕਰ ਲਵੇ ਉਸ ਨੂੰ ਉਹਦੀ ਪ੍ਰਾਪਤੀ ਹੁੰਦੀ ਹੈ। ਭਾਵੇਂ ਕਬੀਰ ਸਾਹਿਬ ਬੜੇ ਗਰੀਬ ਘਰ ਦੇ ਵਿੱਚੋਂ ਸਨ, ਪਰ ਉਹਦੀ ਬੰਦਗੀ ਕੀਤੀ ਪ੍ਰੇਮ ਦੇ ਨਾਲ। ਉਹ ਵੀ ਜਾਤ ਪਾਤ ਤੋਂ ਉੱਚੇ ਹੋ ਗਏ, ਰਹਿਤ ਹੋ ਗਏ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਭਗਤਾਂ ਦੀ ਬਾਣੀ ਦਰਜ ਹੈ, ਸਾਰੇ ਇੱਕ ਜਾਤ ਦੇ ਤੇ ਹੈ ਨਹੀਂ। ਕੋਈ ਬ੍ਰਾਹਮਣ ਹੈ, ਕੋਈ ਰਾਜਾ ਹੈ, ਰਾਜਾ ਪੀਪਾ ਜੀ ਵਰਗੇ ਹਨ, ਕੋਈ ਸ਼ੂਦਰ ਭਗਤ ਨੇ।
ਹੁਣ ਸਾਰਿਆਂ ਦੀ ਬਾਣੀ ਮਹਾਰਾਜ ਨੇ ਇਕੱਠੀ ਇੱਕ ਜਗ੍ਹਾ ਤੇ ਰੱਖੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ ਉਹ ਸਰੀਰ ਦੇ ਧਰਮਾਂ ਤੋਂ ਰਹਿਤ ਹੋ ਜਾਂਦਾ ਹੈ। ਜਾਤ ਧਰਮ ਸਰੀਰ ਦਾ ਹੈ। ਸਰੀਰ ਪੈਦਾ ਹੋਇਆ, ਜਿਸ ਘਰ 'ਚ ਉਹਦੀ ਜਾਤ ਲੱਗ ਗਈ, ਖਤਮ ਹੋਵੇਗਾ ਤੇ ਇੱਥੇ ਹੀ ਜਾਤ ਧਰਮ ਸਰੀਰ ਦੇ ਨਾਲ ਖਤਮ ਹੋ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਜੀ ਆਪ ਜੀ ਅਜਾਤੇ ਹੋ। ਨਮਸਤੰ ਨਮਸਕਾਰ ਹੈ ਤਨ ਆਪ ਜੀ ਦੇ ਤਾਈ, ਤੈਨੂੰ ਨਮਸਕਾਰ ਹੈ ਮੇਰੀ, ਜਿਹੜਾ ਵਾਹਿਗੁਰੂ ਅਜਾਤ ਜਾਤਾਂ ਤੋਂ ਰਹਿਤ ਹੈ। ਜਾਤ ਦਾ ਦੂਸਰਾ ਅਰਥ ਵਿਦਵਾਨ ਕਰਦੇ ਨੇ, ਜਾਤ ਮੈਨੇ ਜਨਮ, ਜਾਇਸੀ, ਪੈਦਾ ਹੋਣਾ। ਕੀ ਵਾਹਿਗੁਰੂ ਪਰਮੇਸ਼ਰ ਸਾਡੇ ਵਾਂਗ ਜੰਮਦਾ ਹੈ? ਤੇ ਜਿਹੜਾ ਜੰਮਦਾ ਹੈ ਉਹਨੂੰ ਫਿਰ ਮਰਨਾ ਵੀ ਪੈਂਦਾ ਹੈ। ਤਾਂ ਸਤਿਗੁਰੂ ਬਾਣੀ ਦੇ ਵਿੱਚ ਕਹਿੰਦੇ ਹਨ, ਭਰਮੇ ਭੂਲੇ ਨਰ ਕਰਤ ਕਚਰਾਇਣ, ਜਨਮ ਮਰਨ ਤੇ ਰਹਿਤ ਨਰਾਇਣ। ਵਾਹਿਗੁਰੂ ਪਰਮੇਸ਼ਰ ਜੀ ਜਨਮ ਤੋਂ ਰਹਿਤ ਨੇ। ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮਸਤੰ ਅਪਾਤੇ, ਪਾਤ ਕਹਿੰਦੇ ਨੇ ਬਰਾਦਰੀ ਨੂੰ, ਖਾਸ ਬਰਾਦਰੀ, ਭਾਈਚਾਰੇ ਨੂੰ। ਜਿਵੇਂ ਬਰਾਦਰੀ ਹੁੰਦੀ ਹੈ ਪਰਿਵਾਰਾਂ ਦੀ, ਬ੍ਰਾਹਮਣਾਂ ਦੀ ਆਪਣੀ ਬਰਾਦਰੀ ਹੈ, ਜ਼ਿਮੀਂਦਾਰਾਂ ਦੀ ਆਪਣੀ ਬਰਾਦਰੀ ਹੈ, ਖੱਤਰੀਆਂ ਦੀ ਆਪਣੀ ਬਰਾਦਰੀ ਹੈ, ਇੱਕੋ ਭਾਈਚਾਰੇ ਦੇ ਲੋਕ। ਜਿਵੇਂ ਜ਼ਿਮੀਂਦਾਰਾਂ ਵਿੱਚ ਹੀ ਵਿਆਹ ਕਰਾਉਂਦੇ ਨੇ, ਬ੍ਰਾਹਮਣ ਬ੍ਰਾਹਮਣਾਂ 'ਚ ਕਰਾਉਂਦੇ ਨੇ, ਛਤਰੀ ਛਤਰੀਆਂ 'ਚ ਕਰਾਉਂਦੇ ਨੇ, ਆਪ ਦੀ ਬਰਾਦਰੀ ਬਰਾਬਰ ਦੇ। ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਜੀ ਦੀ ਕੋਈ ਬਰਾਦਰੀ ਨਹੀਂ ਹੈ। ਆਪਾਂ ਜਿੱਦਾਂ ਕਹਿ ਦਿੰਦੇ ਨਾ ਵੀ ਫਲਾਨਿਆਂ 'ਚੋਂ ਆ ਇਹ, ਕਿ ਪ੍ਰਮਾਤਮਾ ਵੀ ਇਹਨਾਂ 'ਚ ਹੋਣਾ ਖੜੀ। ਤਾਂ ਇਸ ਤਰ੍ਹਾਂ ਉਹਦੀ ਕੋਈ ਖਾਸ ਬਰਾਦਰੀ ਨਹੀਂ। ਪਾਤ ਮੈਨੇ ਬਰਾਦਰੀ, ਆਪ ਮੈਨੇ ਰਹਿਤ। ਤਾਂ ਵਾਹਿਗੁਰੂ ਪਰਮੇਸ਼ਰ ਜੀ ਦੀ ਕੋਈ ਖਾਸ ਬਰਾਦਰੀ ਨਹੀਂ। ਜਾਤ ਪਾਤ ਜਿਹ ਚਿਹਨ ਨਾ ਮਰਨਾ, ਅਵਗਤ ਦੇਵ ਅਸ਼ੈਨ ਭਰਮਾ, ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ। ਤਾਂ ਉਹ ਵਾਹਿਗੁਰੂ ਪਰਮੇਸ਼ਰ ਜਾਤ ਪਾਤ ਤੋਂ ਰਹਿਤ ਹੈ। ਐਸੇ ਵਾਹਿਗੁਰੂ ਜੀ ਦੇ ਤਾਈ ਮਹਾਰਾਜ ਕਹਿੰਦੇ ਨਮਸਕਾਰ ਹੈ। ਜਾਂ ਪਾਤ ਦਾ ਅਰਥ ਹੁੰਦਾ ਪੱਤਣ, ਨਾਸ਼ ਹੋਣਾ। ਵਾਹਿਗੁਰੂ ਪਰਮੇਸ਼ਰ ਜੀ ਦਾ ਨਾਸ਼ ਨਹੀਂ ਹੁੰਦਾ ਹੈ, ਉਹ ਕਦੀ ਮਰਦਾ ਨਹੀਂ, ਉਹ ਕਦੀ ਖਤਮ ਨਹੀਂ ਹੁੰਦਾ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਮਹਾਰਾਜ ਕਹਿੰਦੇ ਮੇਰੀ ਨਮਸਕਾਰ ਹੈ। ਨਮਸਤੰ ਅਮਜਬੇ, ਨਮਸਤਸਤ ਅਜਬੇ, ਨਮਸਤੰ ਅਮਜਬੇ। ਮਜ਼ਹਬ ਕਹਿੰਦੇ ਨੇ ਰਸਤੇ ਨੂੰ। ਇਹ ਤੋਂ ਭਾਵ ਲਿਆ ਜਾਂਦਾ ਜਿਵੇਂ ਹਿੰਦੂਆਂ ਦਾ ਰਾਹ ਕੀ ਹੋ ਗਿਆ, ਹਿੰਦੂ ਮਜ਼ਹਬ। ਇਸਲਾਮ ਦਾ ਰਾਹ ਕੀ ਹੋਇਆ, ਇਸਲਾਮ ਮਜ਼ਹਬ ਧਰਮ। ਵਾਹਿਗੁਰੂ ਪਰਮੇਸ਼ਰ ਜੀ ਕਿਸੇ ਖਾਸ ਮਜ਼ਹਬ ਦੇ ਅਧੀਨ ਨਹੀਂ ਵੀ ਜੇ ਤੂੰ ਹਿੰਦੂ ਹੀ ਬਣੇਗਾ ਤੇ ਤਾਂ ਹੀ ਰੱਬ ਮਿਲੇਗਾ। ਜਾਂ ਜਿਵੇਂ ਇਸਲਾਮ ਧਰਮ ਦੇ ਕੱਟੜਵਾਦੀ ਲੋਕ ਕਹਿੰਦੇ ਨੇ ਜੇ ਤੂੰ ਮੋਮਨ ਹੋਵੇਗਾ ਤੇ ਤਾਂ ਹੀ ਰੱਬ ਮਿਲੇਗਾ। ਤਾਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਧਰਮ ਦੇ ਅਧੀਨ ਨਹੀਂ। ਤੇ ਜੇ ਦੂਸਰੇ ਬੰਨੇ ਦੇਖਿਆ ਜਾਵੇ, ਐੜੇ ਦਾ ਅਰਥ ਜਿੱਥੇ ਰਹਿਤ ਹੁੰਦਾ ਹੈ, ਐੜੇ ਦਾ ਅਰਥ ਸਹਿਤ ਵੀ ਹੁੰਦਾ। ਵਿਸ਼ੇਸ਼ ਕਰਕੇ ਸਾਰੇ ਧਰਮਾਂ 'ਚ ਕੌਣ ਬੈਠਾ ਹੈ? ਤਾਂ ਪ੍ਰਮਾਤਮਾ ਹੀ ਬੈਠਾ ਹੈ ਹਰ ਥਾਂ ਤੇ, ਹਰ ਜਗ੍ਹਾ ਤੇ, ਹਰ ਧਰਮ ਦੇ ਵਿੱਚ। ਜੇ ਨਿਰਗੁਣ ਸਰੂਪ ਦੀ ਗੱਲ ਕਰੀਏ ਤੇ ਹਰ ਜਗ੍ਹਾ ਉਹੋ ਹੀ ਹੈ। ਇਸ ਕਰਕੇ ਵਿਸ਼ੇਸ਼ ਕਰਕੇ ਮਜ਼ਹਬ ਸਰੂਪ ਵੀ ਹੈ
ਤੇ ਜੇ ਕੋਈ ਈਰਖਾ ਦੀ ਗੱਲ ਕਰੇ, ਕੱਟੜਵਾਦ ਦੀ ਗੱਲ ਕਰੇ ਨਾ ਵੀ ਸਾਡੇ 'ਚ ਹੀ ਰੱਬ ਮਿਲਦਾ ਹੈ, ਤਾਂ ਵਿਸ਼ੇਸ਼ ਕਰਕੇ ਇਹਨਾਂ ਈਰਖਾਵਾਦੀਆਂ ਦੇ ਐਸੇ ਧਰਮਾਂ ਮਜ਼੍ਹਬਾਂ ਤੋਂ ਰਹਿਤ ਵੀ ਪਰਮੇਸ਼ਰ ਹੈ। ਤਾਂ ਐਸੇ ਵਾਹਿਗੁਰੂ ਜੀ ਨੂੰ ਨਮਸਤਕ ਮੇਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ। ਨਮਸਤਸਤ ਅਜਬੇ, ਅਜਬ ਕਹਿੰਦੇ ਨੇ ਅਸਚਰਜ ਰੂਪ ਨੂੰ। ਜਿਹੜਾ ਵਾਹਿਗੁਰੂ ਮਨ ਬਾਣੀ ਸਰੀਰ ਦੀ ਪਕੜ ਦੇ ਵਿੱਚ ਨਹੀਂ ਆਉਣ ਵਾਲਾ, ਹੈਰਾਨ ਕਰ ਦੇਣ ਵਾਲਾ ਹੈ, ਜਿੱਥੇ ਸੁਰਤੀ ਬਿਰਤੀ ਜਾਂ ਮਨੁੱਖ ਦੀ ਬੁੱਧੀ ਜਿਹੜੀ ਆ ਕੁੰਠੀ ਭਾਵ ਨੂੰ ਪ੍ਰਾਪਤ ਹੁੰਦੀ ਹੈ, ਕੰਮ ਕਰਨਾ ਛੱਡ ਦਿੰਦੀ ਹੈ, ਵਿਸਮਾਦ ਦੇ ਵਿੱਚ ਚਲਿਆ ਜਾਂਦਾ ਹੈ। ਐਸਾ ਸਰੂਪ, ਅਜਬ ਸਰੂਪ ਕਿਹਦਾ ਹੈ? ਵਾਹਿਗੁਰੂ ਪਰਮੇਸ਼ਰ ਜੀ ਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਜਿਹੜਾ ਵਿਸਮਾਦ ਰੂਪ ਹੈ, ਅਸਚਰਜ ਰੂਪ ਹੈ, ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਅਦੇਸੰ ਅਦੇਸੇ ਨਮਸਤੰ ਅਭੇਸੇ। ਆਦੇਸ਼ ਜੋਗੀਆਂ ਦਾ ਵਾਕ ਹੈ। ਜਦੋਂ ਇੱਕ ਦੂਜੇ ਨੂੰ ਮਿਲਦੇ ਹਨ ਤਾਂ ਆਦੇਸ਼ ਕਹਿ ਕੇ ਨਮਸਕਾਰ ਕਰਦੇ ਨੇ। ਵਾਹਿਗੁਰੂ ਪਰਮੇਸ਼ਰ ਜੀ ਨੂੰ ਆਦੇਸੰਗ ਅਦੇਸੇ, ਮਨ ਕਰਕੇ ਵੀ ਆਦੇਸ਼ ਨਮਸਕਾਰ ਹੈ, ਬਾਣੀ ਕਰਕੇ ਵੀ ਨਮਸਕਾਰ ਹੈ, ਤਨ ਕਰਕੇ ਵੀ ਆਦੇਸ਼, ਸਿਰ ਝੁਕਦਾ ਹੈ, ਨਮਸਕਾਰ ਹੈ। ਜਾਂ ਦੇਸ਼ ਮੈਨੇ, ਇਹ ਤੋਂ ਭਾਵ ਲੈਣਾ ਦੇਸ਼ ਕਾਲ ਵਸਤੂ। ਦੇਸ਼ ਹੋ ਗਈ ਜਗ੍ਹਾ ਥਾਂ, ਕਾਲ ਹੋ ਗਿਆ ਸਮਾਂ, ਤੇ ਵਸਤੂ ਹੋ ਗਏ ਆ ਜਿੰਨੇ ਵੀ ਪਦਾਰਥ। ਇਹਨਾਂ ਦੀਆਂ ਹੱਦਬੰਦੀਆਂ ਤੋਂ ਵਾਹਿਗੁਰੂ ਰਹਿਤ ਹੈ। ਜਿਹੜਾ ਵਾਹਿਗੁਰੂ ਆਦੇਸ਼ ਹੈ, ਦੇਸ਼ ਕਾਲ ਵਸਤੂ ਪ੍ਰਸ਼ੇਦ ਤੋਂ ਆ ਰਹਿਤ ਹੈ, ਆਦੇਸੇ, ਉਹਨੂੰ ਨਮਸਕਾਰ ਹੈ। ਹੁਣ ਇੱਦਾਂ ਤਾਂ ਨਹੀਂ ਨਾ ਕਹਿ ਸਕਦੇ ਦੇਸ਼ ਕਰਕੇ, ਇਹ ਤਾਂ ਨਹੀਂ ਕਹਿ ਸਕਦੇ ਵੀ ਰੱਬ ਇਸ ਥਾਂ ਤੇ ਹੀ ਹੈ ਤੇ ਉਸ ਥਾਂ ਤੇ ਹੈ ਨਹੀਂ, ਉਹਦੇ ਹਰ ਥਾਂ ਤੇ। ਇਸ ਕਰਕੇ ਦੇਸ਼ ਦੀ ਹੱਦ ਤੋਂ ਵੀ ਰਹਿਤ ਹੈ, ਕਾਲ ਸਮੇਂ ਦੀ ਹੱਦ ਤੋਂ ਵੀ ਰਹਿਤ ਹੈ। ਪਰਮਾਤਮਾ ਦਾ ਕੋਈ ਇੱਦਾਂ ਦਾ ਹਿਸਾਬ ਤੇ ਹੈ ਨਹੀਂ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਜਦੋਂ ਸਰੀਰ ਛੱਡਦਾ ਤੇ ਆਪਾਂ ਉਹਦੀ ਫੋਟੋ ਤੇ ਲਿਖ ਦਿੰਦੇ ਆ ਵੀ ਇਸ ਤਰੀਕ ਨੂੰ ਜੰਮਿਆ ਸੀ, ਤੇ ਅੱਗੇ ਪਾ ਦਿੰਦੇ ਆ ਐਕਸਪਾਇਰ ਦਾ ਸਾਈਨ ਪਾ ਕੇ ਕਹਿ ਦਿੰਦੇ ਵੀ ਇਸ ਤਰੀਕ ਨੂੰ ਸਰੀਰ ਛੱਡ ਗਿਆ। ਇੱਦਾਂ ਸਮੇਂ ਕਰਕੇ ਵੀ ਸਮੇਂ ਦੀ ਹੱਦਬੰਦੀ ਦੇ ਵਿੱਚ ਨਹੀਂ ਆਉਂਦਾ ਵੀ ਫਲਾਨੀ ਤਰੀਕ ਨੂੰ ਆਇਆ ਸੀ ਤੇ ਫਲਾਨੀ ਨੂੰ ਚਲੇ ਗਿਆ ਸੰਸਾਰ। ਤਾਂ ਕਾਲ ਪ੍ਰਸ਼ੇਦ, ਕਾਲ ਦੀ ਹੱਦ ਤੋਂ ਵੀ ਰਹਿਤ ਹੈ, ਤੇ ਹਰ ਵਸਤੂ ਉਹਦੇ ਵਿੱਚ ਹੀ ਹੈ, ਤੇ ਹਰ ਵਸਤੂ ਦੇ ਵਿੱਚ ਉਹ ਹੈ। ਇਸ ਕਰਕੇ ਵਸਤੂ ਦੀ ਹੱਦ ਤੋਂ ਵੀ ਰਹਿਤ ਹੈ। ਤਾਂ ਜਿਹੜਾ ਵਾਹਿਗੁਰੂ ਆਦੇਸੰ, ਦੇਸ਼ ਕਾਲ ਵਸਤੂ ਤੋਂ ਆ ਰਹਿਤ ਹੈ, ਹੱਦਬੰਦੀ ਤੋਂ, ਉਹਨੂੰ ਆਦੇਸੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਜਾਂ 10ਵੇਂ ਪਾਤਸ਼ਾਹ ਕੀ ਫਰਮਾਉਂਦੇ ਨੇ? ਆਦੇਸੰ ਆਦੇਸੇ। ਜਿਹੜੇ ਮਹਾਤਮਾ ਸਾਧੂ ਜਨ, ਜਿਹੜੇ ਵੱਡੇ ਵੱਡੇ ਦੇਵੀ ਦੇਵਤੇ, ਜਿਨ੍ਹਾਂ ਨੂੰ ਸਾਰੀ ਦੁਨੀਆ ਆਦੇਸੰ ਨਮਸਕਾਰਾਂ ਕਰਦੀ, ਦੇਵੀ ਦੇਵਤਿਆਂ ਨੂੰ, ਬ੍ਰਹਮਾ ਜੀ ਨੂੰ, ਭਗਵਾਨ ਵਿਸ਼ਨੂੰ ਜੀ ਨੂੰ, ਭਗਵਾਨ ਸ਼ਿਵ ਜੀ ਮਹਾਰਾਜ ਨੂੰ, ਸਾਰਾ ਸੰਸਾਰ ਹਿੰਦੂ ਧਰਮ ਸਿਰ ਝੁਕਾਉਂਦਾ ਹੈ। ਉਹ ਜਿਹੜੇ ਵੱਡੇ ਵੱਡੇ ਦੇਵੀ ਦੇਵਤੇ ਨੇ, ਨਮਸਕਾਰ ਕਰਨ ਦੇ ਜਿਹੜੇ ਯੋਗ ਲੋਕਾਂ ਨੇ ਮੰਨੇ ਨੇ, ਉਹ ਵੀ ਵਾਹਿਗੁਰੂ ਨੂੰ ਆਦੇਸੇ ਹੱਥ ਜੋੜ ਕੇ ਨਮਸਕਾਰ ਕਰਦੇ ਹਨ। ਉਹਨਾਂ ਦਾ ਸੀਸ ਵੀ ਵਾਹਿਗੁਰੂ ਪਰਮੇਸ਼ਰ ਜੀ ਅੱਗੇ ਆਦੇਸੇ ਝੁਕ ਜਾਂਦਾ ਹੈ। ਜਾਂ ਆਦੇਸ਼ ਕਹਿੰਦੇ ਨੇ ਹੁਕਮ ਨੂੰ। ਜਿਨ੍ਹਾਂ ਦਾ ਹੁਕਮ ਸਾਰੇ ਸੰਸਾਰ ਤੇ ਚੱਲਦਾ ਹੈ, ਉਹਨਾਂ ਉੱਤੇ ਵੀ ਆਦੇਸ਼, ਹੁਕਮ ਵਾਹਿਗੁਰੂ ਪਰਮੇਸ਼ਰ ਜੀ ਦਾ ਚੱਲਦਾ ਹੈ। ਉਹ ਵੀ ਵਾਹਿਗੁਰੂ ਪਰਮੇਸ਼ਰ ਜੀ ਦੇ ਹੁਕਮ ਤੋਂ ਬਾਹਰ ਨਹੀਂ ਹਨ। ਨਮਸਤੰ ਅਭੇਸੇ। ਭੇਸ ਕਹਿੰਦੇ ਨੇ ਭੇਖ ਨੂੰ, ਪਹਿਰਾਵੇ ਨੂੰ।
परमात्मा कोई खास भेख पहरावा पाया वस दे विच नहीं आउंदा, रहत है भेखां पहराविਆਂ करके भी ਉਹਦੀ प्राप्ति नहीं। ਭੇਖ ਦੇ ਨਾਲ ਨਾਲ ਅੰਤਰੀਵ ਗੁਣ ਵੀ ਹੋਣੇ ਚਾਹੀਦੇ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਨਾਲ ਨਾਲ ਸਾਧਨਾ ਵੀ ਹੋਣੀ ਚਾਹੀਦੀ ਹੈ, ਨਾਲ ਨਾਲ ਰਹਿਤ ਵੀ ਹੋਣੀ ਚਾਹੀਦੀ। ਤਾਂ ਭੇਖ ਖਾਸ ਕੋਈ ਕੱਪੜੇ ਪਾਇਆ ਉਹਦੀ ਪ੍ਰਾਪਤੀ ਨਹੀਂ ਹੁੰਦੀ ਵੀ ਇਹ ਵਸਤਰ ਪਾ ਲਵਾਂ ਤੇ ਸ਼ਾਇਦ ਰੱਬ ਮਿਲ ਪਵੇ, ਫਲਾਣੇ ਪਾ ਲਵਾਂ ਤੇ ਸ਼ਾਇਦ ਰੱਬ ਮਿਲ ਪਵੇ। ਤਾਂ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਅਭੇਸੇ ਭੇਖ ਤੋਂ ਆ ਰਹਿਤ ਹੈ, ਐਸੇ ਵਾਹਿਗੁਰੂ ਨੂੰ ਮੇਰੀ ਨਮਸਕਾਰ ਹੈ। ਇਹ ਜਿੰਨੀ ਜਾਪ ਸਾਹਿਬ ਦੀ ਬਾਣੀ ਹੈ ਇਹਦੇ ਵਿੱਚ ਇਸੇ ਤਰ੍ਹਾਂ ਹੀ ਮਹਾਰਾਜ ਵਾਰੀ ਵਾਰੀ ਦੁਹਰਾਉਂਦੇ ਨੇ। ਧਰਮ ਕਿੱਦਾਂ ਦਾ ਹੈ, ਦੁਨਿਆਵੀ ਵਸਤੂ ਕੋਈ ਵੀ ਵਾਰੀ ਵਾਰੀ ਦੁਹਰਾਈ ਜਾਵੇ ਤੇ ਉਹਦਾ ਰਸ ਘਟ ਜਾਂਦਾ ਹੈ। ਪਰਮਾਤਮਾ ਦਾ ਨਾਮ ਕਿੱਦਾਂ ਦਾ ਹੈ, ਜੇ ਵਾਰੀ ਵਾਰੀ ਦੁਹਰਾਇਆ ਜਾਏ ਤਾਂ ਇਹਦਾ ਰਸ ਆਉਂਦਾ ਹੈ, ਨਾ ਦੁਹਰਾਇਆ ਜਾਵੇ ਤੇ ਇਹਦਾ ਰਸ ਨਹੀਂ ਆਉਂਦਾ। ਦੁਨਿਆਵੀ ਵਸਤੂਆਂ ਜਾਂ ਦੁਨਿਆਵੀ ਚੀਜ਼ਾਂ ਕਿੱਦਾਂ ਦੀਆਂ ਨੇ, ਵਾਰ-ਵਾਰ ਦੁਹਰਾਈਆਂ ਜਾਣ ਤਾਂ ਸਵਾਦ ਘਟ ਜਾਂਦਾ ਹੈ। ਰੱਬ ਦਾ ਨਾਮ ਇੱਦਾਂ ਦਾ ਹੈ, ਵਾਰ-ਵਾਰ ਦੁਹਰਾਇਆ ਜਾਵੇ ਤਾਂ ਰਸ ਵੱਧਦਾ ਹੈ। ਮਹਾਰਾਜ ਕੀ ਕਹਿੰਦੇ, ਬਾਰੰਗ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤਨ ਧਰਪੀਐ। ਇਸ ਕਰਕੇ ਇਹ ਸਮੁੱਚੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਾਂ 10ਵੇਂ ਪਾਤਸ਼ਾਹ ਦੀ ਬਾਣੀ ਦੇ ਵਿੱਚ ਵਾਰੀ ਵਾਰੀ ਉਹਦੇ ਨਾਮਾਂ ਦੀ ਉਸਤਤ ਆਉਂਦੀ ਹੈ। ਇਸ ਕਰਕੇ ਨਮਸਕਾਰ ਜਿਹੜਾ ਸ਼ਬਦ ਹੈ, ਪਦ ਹੈ, ਉਹਨੂੰ ਮਹਾਰਾਜ ਬੜੇ ਪ੍ਰੇਮ ਦੇ ਨਾਲ ਵਾਰ-ਵਾਰ ਮੁੜ-ਮੁੜ ਕੇ ਵਰਤਦੇ ਹਨ। ਨਮਸਤੰ ਨਿਰਧਾਮੇ ਨਮਸਤੰ ਨਿਰਬਾਮੇ। ਵਾਹਿਗੁਰੂ ਪਰਮੇਸ਼ਰ ਜੀ ਧਾਮ ਕਿਤੇ ਘਰ ਬਣਾ ਕੇ ਨਹੀਂ ਬੈਠਾ, ਨਿਰਰਹਿਤ ਹੈ। ਜਿਵੇਂ ਦੁਨਿਆਵੀ ਘਰ ਹੁੰਦੇ ਨੇ, ਇੱਦਾਂ ਉਹਦਾ ਕੋਈ ਘਰ ਨਹੀਂ, ਕੋਈ ਖਾਸ ਥਾਂ ਨਹੀਂ, ਕਿਉਂ ਉਹ ਤਾਂ ਹਰ ਸਰੀਰ ਦੇ ਵਿੱਚ ਬੈਠਾ ਹੈ। ਜ਼ਰੇ ਜ਼ਰੇ ਦੇ ਵਿੱਚ ਉਹਦੀ ਵਿਆਪਕਤਾ ਹੈ। ਤਾਂ ਕੋਈ ਖਾਸ ਥਾਂ ਨਹੀਂ ਵੀ ਇੱਥੇ ਹੀ ਬੈਠਾ ਹੈ, ਇੱਥੇ ਹੀ ਮਿਲਦਾ ਹੈ ਤੇ ਹੋਰ ਜਗ੍ਹਾ ਤੇ ਮਿਲਦਾ ਨਹੀਂ ਹੈ। ਜਿਵੇਂ ਇਸਲਾਮ ਧਰਮ ਕਹਿੰਦਾ ਸਿਰਫ ਮੱਕੇ ਦੇ ਵਿੱਚ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਬ੍ਰਹਮ ਹੈ। ਇਹ ਬ੍ਰਹਮ ਹਰ ਥਾਂ ਤੇ ਵਿਆਪਕ ਹੁੰਦਾ ਹੈ। ਜਿਹੜਾ ਕੋਈ ਸ਼ਰਧਾ ਭਾਵਨਾ ਨਾਲ ਯਾਦ ਕਰਦਾ ਹੈ, ਉੱਥੇ ਉਹਦੀ ਭਾਵਨਾ ਪੂਰੀ ਕਰਦੇ ਹਨ। ਤਾਂ ਵਾਹਿਗੁਰੂ ਪਰਮੇਸ਼ਰ ਜੀ ਹਰ ਥਾਂ ਤੇ ਵਿਆਪਕ ਹਨ। ਨਮਸਤੰ ਨਿਰਬਾਮੇ, ਨਮਸਕਾਰ ਹੈ ਨਿਰਰਹਿਤ ਬਾਮ ਇਸਤਰੀ ਤੋਂ। ਬਾਮ ਕਹਿੰਦੇ ਇਸਤਰੀ ਨੂੰ, ਤੇ ਬਾਮ ਕਹਿੰਦੇ ਟੇਢਾ ਚੱਲਣ, ਕੁਟਲਤਾ ਨੂੰ, ਚਤਰ ਚਲਾਕੀਆਂ ਨੂੰ। ਬਾਮ ਦਾ ਮੁੱਖ ਅਰਥ ਹੁੰਦਾ ਇਸਤਰੀ, ਹੋਰ ਵੀ ਅਰਥ ਮਹਾਂਪੁਰਸ਼ਾਂ ਨੇ ਕੀਤੇ ਨੇ। ਤਾਂ ਜਿਵੇਂ ਇਸਤਰੀ ਆਦਿਕ ਸੰਬੰਧੀ ਹੈ, ਪੁੱਤਰ ਆਦਿਕ ਸੰਬੰਧੀ ਹੈ, ਭਰਾ ਆਦਿਕ ਸੰਬੰਧੀ ਹੈ, ਮਾਂ ਪਿਓ ਆਦਿਕ ਸੰਬੰਧੀ ਹੈ। ਇਸ ਤਰ੍ਹਾਂ ਵਾਹਿਗੁਰੂ ਜੀ ਨੂੰ ਕਿਸੇ ਸੰਬੰਧੀ ਦੀ ਲੋੜ ਨਹੀਂ। ਉਹ ਨਿਰਬਾਮ ਭਾਵ ਇਸਤਰੀ ਆਦਿਕ ਸੰਬੰਧੀਆਂ ਤੋਂ ਰਹਿਤ ਹੈ। ਭਾਵ ਜਿੱਥੇ ਵਾਹਿਗੁਰੂ ਗ੍ਰਿਸਤਨ ਮੈਂ ਤੂੰ ਵੱਡੋ ਗ੍ਰਿਸਤੀ, ਉੱਥੇ ਵਿਅੰਗਮਾਂ ਦੇ ਵਿੱਚ ਸਭ ਤੋਂ ਵੱਡਾ ਵਿਅੰਗਮ ਵੀ ਵਾਹਿਗੁਰੂ ਹੀ ਹੈ। ਨਮਸਤੰ ਨਿਰਬਾਮੇ, ਜਿਹੜਾ ਇਸਤਰੀ ਆਦਿਕ ਸੰਬੰਧਾਂ ਤੋਂ ਰਹਿਤ ਹੈ। ਮਨੁੱਖ ਸੰਸਾਰ ਦੇ ਵਿੱਚ ਬੜੇ ਪਾਪ ਕਰਦਾ ਹੈ, ਖੋਟੇ ਕਰਮ ਕਰਦਾ ਹੈ। ਤੇ ਦਾਸ ਪੜ੍ਹਦਾ ਪਿਆ ਸੀ ਕਿ ਜਿਹੜਾ ਪੱਪਾ ਸ਼ਬਦ ਹੈ, ਇਹਦੀ ਬੜੀ ਬੰਦੇ ਦੀ ਜ਼ਿੰਦਗੀ 'ਚ ਅਹਿਮੀਅਤ ਹੈ। ਅਸੀਂ ਜਿੰਨੀ ਮਿਹਨਤ ਕਰਦੇ ਹਾਂ ਉਹ ਪੱਪੇ ਵਾਸਤੇ ਕਰਦੇ ਹਾਂ।
ਤੇ ਮਿਹਨਤ ਕਰਕੇ ਜੋ ਸਾਨੂੰ ਮਿਲਦਾ ਉਹ ਪੱਪਾ ਹੁੰਦਾ ਹੈ। ਪੱਪਾ ਸ਼ਬਦ ਤੋਂ ਉਹ ਸ਼ੁਰੂ ਹੁੰਦਾ ਹੈ। ਤੇ ਜਿਹੜਾ ਮਿਹਨਤ ਕਰਨ ਦੇ ਬਾਵਜੂਦ ਵੀ ਨਹੀਂ ਮਿਲਦਾ ਉਹ ਵੀ ਪੱਪੇ ਤੋਂ ਹੀ ਹੁੰਦਾ ਹੈ। ਹੁਣ ਸਾਨੂੰ ਜ਼ਿੰਦਗੀ ਦੇ ਵਿੱਚ ਕੀ ਮਿਲਿਆ? ਪੱਪਾ ਪਤੀ, ਪੱਪਾ ਪਤਨੀ। ਇਹ ਦੁਨਿਆਵੀ ਗੱਲਾਂ ਨੇ। ਕਈ ਸੱਜਣ ਕਹਿ ਦਿੰਦੇ ਵੀ ਇੱਕ ਸ਼ਬਦ ਹੀ ਵਾਰੀ ਵਾਰੀ ਰਿਪੀਟ ਕਰੀ ਜਾਂਦੇ, ਵਾਰੀ ਵਾਰੀ ਰਿਪੀਟ ਕਰੀ ਜਾਂਦੇ, ਤਾਂ ਦੁਨਿਆਵੀ ਗੱਲਾਂ। ਪੱਪਾ ਪਤੀ, ਪੱਪਾ ਪਤਨੀ, ਪੱਪਾ ਪੁੱਤਰ, ਪੱਪਾ ਪਰਿਵਾਰ। ਤੇ ਜਿਹਦੇ ਕਰਕੇ ਸਾਰੀ ਉਮਰ ਮਰਦੇ ਰਹਿੰਦੇ ਆ, ਸੜਦੇ ਰਹਿੰਦੇ ਆ, ਪਰਿਵਾਰ ਦਾ ਵੀ ਧੋਖਾ ਕਰਦੇ ਆ, ਘਰ ਵਾਲੀ ਤੋਂ ਵੀ ਲੁਕੋ ਕੇ ਰੱਖਦੇ ਆ। ਉਹ ਜਿਹੜਾ ਪੱਪਾ ਪੈਸਾ ਹੈ ਉਹ ਵੀ ਤੇ ਪੱਪੇ ਤੋਂ ਹੀ ਹੈ ਨਾ। ਤੇ ਜਿਹੜੀ ਚੀਜ਼ ਨਹੀਂ ਮਿਲਦੀ ਉਹ ਵੀ ਪੱਪੇ ਤੋਂ ਹੀ। ਤੇ ਖਤਮ ਵੀ ਜਿੱਦਣ ਹੁੰਦਾ ਉਹਨੂੰ ਵੀ ਪਾਤ ਕਹਿੰਦੇ ਨੇ, ਪਤਨ ਹੋ ਗਿਆ। ਤੇ ਅਖੀਰ ਤੇ ਫਿਰ ਜਦੋਂ ਜਾਗ ਆਉਂਦੀ ਨਾ ਬੰਦੇ ਨੂੰ ਕਿ ਉਮਰ ਲੰਘ ਗਈ, ਐ ਹੋ ਗਿਆ, ਇਹ ਹੋ ਗਿਆ, ਉਦੋਂ ਜਿਹੜਾ ਪਛਤਾਵਾ ਹੁੰਦਾ ਉਹ ਵੀ ਤੇ ਪੱਪਾ ਹੀ ਆ। ਇਸ ਕਰਕੇ ਪੱਪਾ ਪਰਮਾਤਮਾ ਨੂੰ ਸਿਮਰੇ, ਪਰਮਾਤਮਾ ਦੀ ਬੰਦਗੀ ਕਰੇ, ਵਾਹਿਗੁਰੂ ਦੀ ਬੰਦਗੀ ਕਰੇ। ਤਾਂ ਪੱਪਾ ਸ਼ਬਦ ਬੜਾ ਸੰਸਾਰੀ ਜੀਵਾਂ ਵਾਸਤੇ ਜ਼ਰੂਰੀ ਹੈ। ਪਰ ਪਰਮਾਤਮਾ, ਪੱਪਾ ਪਤਨੀ, ਪੱਪਾ ਪੁੱਤਰ, ਜਿੰਨੇ ਸੰਬੰਧ ਨੇ ਇਹਨਾਂ ਤੋਂ ਨਿਰਵਾਮ, ਵਾਮ ਤੋਂ ਭਾਵ ਇਸਤਰੀ, ਇਸਤਰੀ ਤੋਂ ਭਾਵ ਸੰਬੰਧ, ਇਹਨਾਂ ਤੋਂ ਰਹਿਤ ਹੈ। ਉਹਨੂੰ ਸੰਸਾਰ ਦੇ ਕਿਸੇ ਸੰਬੰਧ ਦੀ ਜ਼ਰੂਰਤ ਨਹੀਂ ਪੈਂਦੀ। ਜਿੱਦਾਂ ਸਾਡਾ ਸਰਦਾ ਨਹੀਂ, ਇਹਦਾ ਵਾਹਿਗੁਰੂ ਪਰਮੇਸ਼ਰ ਦਾ ਨਹੀਂ। ਤਾਂ ਨਮਸਤੰ ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਜਿਹੜਾ ਨਿਰਭਾਮ ਹੈ। ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਏ। ਉਹਦੇ ਤਾਈ ਸੱਚੇ ਪਾਤਸ਼ਾਹ ਕਹਿੰਦੇ ਨਮਸਕਾਰ ਹੈ। ਜਾਂ ਫਿਰ ਮਹਾਰਾਜ ਜੀ ਮਹਾਂਪੁਰਖ ਅਰਥ ਕਰਦੇ ਨੇ, ਸੰਤ ਸਾਧੂ ਲੋਕ ਅਰਥ ਕਰਦੇ ਨੇ, ਨਮਸਤੰ ਨਿਰਭਾਮੇ। ਬਾਮ ਕਹਿੰਦੇ ਟੇਢਾ ਚੱਲਣਾ, ਚਤਰ ਚਲਾਕੀਆਂ, ਠੱਗੀਆਂ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੋਧਾਰਾ ਪਿਆ ਲੁਟਾਵੇ। ਮਹਾਰਾਜ ਕੀ ਸਮਝਾਉਂਦੇ? ਮਨ ਮੇਰੇ ਭੂਲੇ ਕਪਟ ਨਾ ਕੀਤੇ, ਅੰਤ ਨਵੇਰਾ ਤੇਰੇ ਜੀ ਪਹਿਲੀਜੇ। ਤਾਂ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਕੁਟਲਤਾ ਨਹੀਂ ਚੱਲਦੀ, ਚਤਰ ਚਲਾਕੀ ਨਹੀਂ ਚੱਲਦੀ, ਛਲ ਕਪਟ ਬਾਂਪੁਣਾ ਨਹੀਂ ਚੱਲਦਾ ਹੈ। ਉਹ ਰਹਿਤ ਹੈ ਵਾਹਿਗੁਰੂ ਪਰਮੇਸ਼ਰ, ਚਤੁਰਾਈ ਨਾ ਚਤੁਰ ਕੁਝ ਪਾਈਏ। ਨਮੋ ਸਰਬ ਕਾਲੇ, ਨਮੋ ਸਰਬ ਦਿਆਲੇ। ਨਮਸਕਾਰ ਹੈ ਜਿਹੜਾ ਵਾਹਿਗੁਰੂ ਸਰਬ ਕਾਲੇ, ਸਾਰਿਆਂ ਦਾ ਹੀ ਕਾਲ ਕਰਨ ਵਾਲਾ ਹੈ, ਲੈਤਾ ਕਰਨ ਵਾਲਾ ਹੈ, ਅੰਤ ਕਰਨ ਵਾਲਾ ਹੈ। ਭਾਵ ਪਰਮਾਤਮਾ ਤੋਂ ਵੱਡਾ ਕੋਈ ਨਹੀਂ। ਆਪਾਂ ਪੜ੍ਹਦੇ ਵੀ ਹਾਂ ਬਚਿੱਤਰ ਨਾਟਕ ਦੇ ਵਿੱਚ, ਮਹਾਕਾਲ, ਕਾਲ ਕਾ ਆਰਾਧੀ। ਜਿਹੜਾ ਮਹਾਕਾਲ ਹੈ ਉਹ ਕਾਲ ਦਾ ਵੀ ਕਾ ਮਹਾਕਾਲ ਹੈ। ਕਾਲ ਨੂੰ ਵੀ ਖਤਮ ਕਰਨ ਵਾਲਾ ਮਹਾਕਾਲ ਹੈ, ਵੱਡਾ ਹੈ। ਤਾਂ ਉਹਨੂੰ ਇਹ ਤੋਕ ਸਿੱਧ ਕਰਦੀ ਹੈ। ਨਮੋ ਸਰਬ ਕਾਲੇ, ਨਮਸਕਾਰ ਹੈ ਉਸ ਪਰਮਾਤਮਾ ਨੂੰ ਜਿਹੜਾ ਸਾਰਿਆਂ ਦਾ ਹੀ ਕਾਲ ਸਰੂਪ ਹੈ। ਮੌਤ ਤੇ ਸਾਰਿਆਂ ਨੂੰ ਹੀ ਆਉਣੀ ਹੈ। ਤੇ ਕਬਰ ਏਦਾਂ ਦਾ ਥਾਂ ਹੁੰਦੀ ਹੈ ਜਿੱਥੇ ਨਾ ਤੇ ਪਦਵੀ ਚੱਲਦੀ ਹੈ, ਨਾ ਬੰਦੇ ਦਾ ਪੈਸਾ ਚੱਲਦਾ ਇਸ ਥਾਂ ਤੇ, ਨਾ ਇਸ ਥਾਂ ਤੇ ਬੰਦੇ ਦੀ ਰਿਸ਼ਤੇਦਾਰੀ ਕੰਮ ਆਉਂਦੀ ਆ ਵੀ ਚੱਲ ਤੂੰ ਨਾ ਪੈ ਇਹਦੇ ਚ, ਮੈਂ ਤੇਰੇ ਮੰਡੇ ਪੈ ਜਾਣਾ। ਨਾ ਇਸ ਥਾਂ ਤੇ ਬੰਦੇ ਦੀ ਪਹੁੰਚ ਕੰਮ ਆਉਂਦੀ ਹੈ। ਇੱਥੇ ਤੇ ਸਿਰਫ ਇੱਕ ਹੀ ਵਾਹਿਗੁਰੂ ਜੀ ਦਾ ਨਾਮ ਕੰਮ ਆਉਂਦਾ ਹੈ, ਹੋਰ ਕੁਝ ਵੀ ਨਹੀਂ। ਸਤਿਗੁਰੂ ਕਹਿੰਦੇ ਜੈ ਬਾਪ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਪਰ ਆਲਸ ਪੁਣੇ ਦੇ ਵਿੱਚ ਨਾ ਸਾਡੀ ਉਮਰ ਲੰਘਦੀ ਜਾ ਰਹੀ ਹੈ। ਬੀਤ ਜੈ ਹੈ ਜਨਮ ਅਕਾਜ ਰੇ। ਪਰਾਲਬਧ ਦੇ 3 ਫਲ ਬੰਨੇ ਨੇ।
ਜਿਹੜੀ ਕਿਸਮਤ ਹੈ ਇਹਦੇ 3 ਫਲ ਹੁੰਦੇ ਨੇ। ਪਹਿਲਾ ਜਨਮ ਕਿੱਥੇ ਮਿਲੇਗਾ, ਜਿਹੜੇ ਘਰ ਆਪਾਂ ਜੰਮੇ ਆ ਇਹ ਪਰਾ ਲੱਭਦਾ ਸਾਡਾ। ਦੂਸਰਾ ਹੀ ਉਮਰ ਕਿੰਨੀ ਭੋਗੇਗਾ, ਇਹ ਵੀ ਪਰਾ ਲੱਭਦਾ ਫਲ ਹੈ। ਤੇ ਤੀਸਰਾ ਭੋਗ ਕੀ ਮਿਲਣਗੇ, ਭੋਗ ਦਾ ਅਰਥ ਹੁੰਦਾ ਸੁੱਖ ਤੇ ਦੁੱਖ। ਵਿਸ਼ੇਸ਼ ਇੱਕ ਤੇ ਦੁੱਖ ਹੁੰਦਾ ਨਾ, ਐਵੇਂ ਸਿਰ ਪੀੜ ਹੋਇਆ ਤੇ ਜੇ ਕੋਈ ਕਵੇ ਵੀ ਮੇਰੀ ਕਿਸਮਤ 'ਚ ਲਿਖਿਆ ਤੇ ਅਗਲਿਆਂ ਕਹਿਣਾ ਦਿਮਾਗ ਕੰਮ ਕਰਦਾ ਕਿ ਨਹੀਂ, 2 ਰੁਪਈਆਂ ਦੀ ਡਿਸਪਲਿਨ ਲੈ ਲਾ ਉੱਥੋਂ ਜਾ ਕੇ, ਵੀ ਤੇਰੀ ਕਿਸਮਤ 'ਚ ਲਿਖਿਆ ਸਿਰ ਪੀੜ ਹੋਣਾ। ਇਹ ਪਰਾ ਲੱਭਦਾ ਫਲ ਨਹੀਂ ਹੁੰਦਾ। ਵਿਸ਼ੇਸ਼ ਦੁੱਖ ਤੇ ਵਿਸ਼ੇਸ਼ ਸੁੱਖ। ਮੰਨ ਲਓ ਕਿਸੇ ਬੰਦੇ ਨੇ ਮਿਹਨਤ ਨਹੀਂ ਕੀਤੀ ਕੋਈ, ਪਰ ਉਹਨੂੰ ਪਦਵੀ ਬੜੀ ਉੱਚੀ ਮਿਲੀ, ਉਹਦੀ ਮਿਹਨਤ ਦੇਖਣ 'ਚ ਨਹੀਂ ਆਉਂਦੀ, ਤਾਂ ਉਹ ਉਹਦੀ ਵਿਸ਼ੇਸ਼ ਆਪਣੇ ਪਰਾ ਲੱਭਦਾ ਫਲ, ਕਿਸਮਤ ਦਾ ਫਲ ਹੈ। ਨਿੱਕੀਆਂ ਮੋਟੀਆਂ ਚੀਜ਼ਾਂ ਨਹੀਂ ਇਹਦੇ 'ਚ ਆਉਂਦੀਆਂ। ਬੁਖਾਰ ਚੜਿਆ ਹੋਇਆ ਤੇ ਦਵਾਈ ਲੈ ਲਓ ਜਾ ਕੇ, ਇਹ ਕਿਸਮਤ ਦਾ ਫਲ ਨਹੀਂ ਹੁੰਦਾ ਬੁਖਾਰ। ਪਰਾ ਲੱਭਦਾ ਫਲ ਕੀ ਹੁੰਦਾ, ਦੁੱਖ ਸੁੱਖ। ਜਿਵੇਂ ਕੋਈ ਇਹੋ ਜਿਹੀ ਬਿਮਾਰੀ ਲੱਗ ਗਈ, ਭੈੜਾ ਰੋਗ ਲੱਗ ਗਿਆ ਜਿਹੜਾ ਹੁਣ ਮਿਟਣਾ ਨਹੀਂ, ਜਿੰਨੇ ਤੇਰਾ ਸਰੀਰ ਖਤਮ ਕਰਨਾ, ਉਹ ਫਲ ਹੁੰਦਾ ਪਰਾ ਲੱਭਦਾ, ਕਿਸਮਤ ਦਾ। ਕਈਆਂ ਦੀ ਏਡੀ ਵਧੀਆ ਹੁੰਦੀ ਹੈ ਕਿ ਸਾਰੀ ਉਮਰ ਨਾਮ ਜਪਦੇ ਆ, ਕਿਸਮਤ ਹੀ ਇਦਾਂ ਦੀ ਆ, ਪਰਾ ਲੱਭਦੀ ਇਦਾਂ ਦੀ। ਇਹਦਾ ਮਤਲਬ ਪਿੱਛੇ ਉਹਨਾਂ ਕਰਮ ਚੰਗੇ ਕੀਤੇ ਹੋਣਗੇ। ਤੇ ਕਈਆਂ ਦੀ ਪਰਾ ਲੱਭਦੀ ਏਡੀ ਖਰਾਬ ਹੁੰਦੀ ਹੈ ਕਿ ਭਾਵੇਂ ਰੱਬ ਦੇ ਘਰ ਰਹਿੰਦੇ ਹੋਣ, ਗੁਰਦੁਆਰੇ ਦੇ ਨੇੜੇ ਹੋਣ, ਭਾਵੇਂ ਘਰ 'ਚ ਹੀ ਸਿੱਖੀ ਹੋਵੇ, ਪਰ ਸਿੱਖੀ ਤੋਂ ਅੰਦਰੋਂ ਬੇਮੁਖ ਹੁੰਦੇ। ਕਸੂਰ ਉਹਨਾਂ ਦਾ ਕੀ ਹੈ? ਜੇ ਵੇਖਿਆ ਜਾਵੇ ਤੇ ਦੇਖੋ ਕਸੂਰ ਕੀ ਹੈ। ਜੰਮੇ ਵੀ ਸਿੱਖਾ ਘਰ, ਮਾਂ ਪਿਓ ਵੀ ਸਿੱਖ, ਸਭ ਕੁਝ ਸਿੱਖ, ਸਭ ਕੁਝ ਗੁਰਮਤਿ, ਪਰ ਆਪ ਸਿੱਖੀ ਤੋਂ ਰਹਿਤ। ਇੱਥੋਂ ਪਤਾ ਲੱਗਦਾ ਇਹਨਾਂ ਦੀ ਪਰਾ ਲੱਭਦਾ ਫਲ ਹੈ ਕਿ ਦਰਿਆ ਦੇ ਲਾਗੇ ਰਹਿ ਕੇ ਵੀ ਇਹਨਾਂ ਦੀ ਪਿਆਸ ਨਾ ਬੁੱਝੀ। ਲੋਕ ਪਾਣੀ ਤੋਂ ਤੜਫਦੇ ਰਹੇ, ਪਰ ਇਹ ਦਰਿਆ ਦੇ ਵਿੱਚ ਪਿਆਸੇ ਮਰੇ। ਇਹ ਪਰਾ ਲੱਭਦੇ ਫਲ ਨੇ। ਪਰਾ ਲੱਭ ਨੂੰ ਕੋਈ ਚੀਜ਼ ਨਹੀਂ ਦੁਨੀਆ ਦੀ ਬਦਲ ਸਕਦੀ, ਸਿਰਫ ਗੁਰਮਤ ਮੰਨਦੀ ਹੈ, ਗੁਰਮਤ। ਨਹੀਂ ਤੇ ਗੁਰਮਤ ਤੋਂ ਬਿਨਾਂ ਜਿੰਨੇ ਧਾਰਮਿਕ ਗ੍ਰੰਥ ਨੇ ਉਹ ਕਹਿੰਦੇ ਨਾ, ਜਿਹੜੇ ਤੀਰ ਨਿਕਲ ਗਏ ਇਹ ਨਹੀਂ ਮੁੜਦੇ, ਜਿਹੜੀ ਗੋਲੀ ਚੱਲ ਗਈ ਇਹ ਨਹੀਂ ਹੁਣ ਮੁੜਦੀ। ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਇੱਕੋ ਇੱਕ ਬਾਣੀ ਹੈ ਜਿਹੜੇ ਮੰਨਦੀ ਹੈ ਵੀ ਮਹਾਰਾਜ ਚਾਹੇ ਤੇ ਚੱਲੇ ਹੋਏ ਤੀਰ ਵੀ ਕੱਖ ਨਹੀਂ ਕਰ ਸਕਦੇ। ਸਤਿਗੁਰੂ ਨੇ ਮੇਟੀ ਹੈ, ਭਾਈ ਸ਼ਬੀਰ ਦੀ 84 ਕੱਟੀ ਮਹਾਰਾਜ ਨੇ ਸੁਪਨੇ 'ਚ। ਲੇਖ ਨਾ ਮਿਟਈ ਹੇ ਸਕੀ ਜੋ ਲਿਖਿਆ ਕਰਤਾਰ, ਉਸ ਰਾਜੇ ਦਾ ਮਹਾਰਾਜ ਨੇ ਕਰਮ ਰੇਖਾ ਜਿਹੜੀ ਹੈ ਮੇਟੀ ਹੈ। ਹੋਰ ਵੀ ਬੜੀਆਂ ਗੱਲਾਂ ਨੇ। ਤਾਂ ਸਤਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਅਰਦਾਸ ਦੇ ਵਿੱਚ ਏਡੀ ਵੱਡੀ ਤਾਕਤ ਹੈ ਕਿ ਫਿਰ ਗੁਰੂ ਮਿਹਰ ਚਾਹੁੰਦਾ, ਤਰਸ ਚਾਹੁੰਦਾ ਹੈ, ਤੇ ਤਰਸ ਕਰਕੇ ਨਾਮ ਜਪਣ, ਸੇਵਾ ਸਿਮਰਤ ਕਰਨ ਦੇ ਵਿੱਚ ਲਾ ਦਿੰਦਾ ਹੈ। ਨਹੀਂ ਤੇ ਏਦਾਂ ਹੀ ਟਾਈਮ ਲੰਘਦਾ ਜਾ ਰਿਹਾ। ਬੀਤ ਜੈ ਹੈ, ਬੀਤ ਜੈ ਹੈ, ਜਨਮ ਆਕਾਜ ਰੇ, ਨਿਸ ਦਿਨ ਤੂੰ ਸੁਣ ਕੇ ਪੁਰਾਨ, ਸਮਝਤ ਨਹਿ ਰੇ, ਅਜਾਨ ਕਾਲ ਤੋਂ ਪਹੁੰਚਿਓ ਆ। ਉਹ ਦਿਨ ਨੇੜੇ ਆਉਂਦਾ ਜਾਂਦਾ ਹੈ। ਆਲਸ, ਮਹਾਤਮਾ ਬੁੱਧ ਕਹਿੰਦੇ ਨੇ ਵੀ ਜਿੰਨੇ ਜਿੱਡਾ ਵੱਡਾ ਮਾੜਾ ਪਾਪ ਆਲਸ ਹੈ, ਏਡੀ ਵੱਡੀ ਮਾੜੀ ਤੇ ਸ਼ਰਾਬ ਨਹੀਂ ਮੰਨੀ ਗਈ। ਇਹ ਕਿਸੇ ਬੰਦੇ ਨਹੀਂ ਜ਼ਿੰਦਗੀ 'ਚ ਲੱਗਣ ਦਿੰਦੀ। ਇਸ ਕਰਕੇ ਗੁਰਬਾਣੀ ਕੀ ਕਹਿੰਦੀ ਆ, ਉਦਮ ਕਰੇਂਦਿਆ ਜੀਓ ਤੂੰ ਕਮਾਵਦਿਆ ਸੁਖ ਪੁੰਚ, ਧਿਆਇਂਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨਾ ਚਾਹੀਦਾ ਤੇ ਉਦਮ ਵਾਸਤੇ ਉਦਮ ਮਤ ਪ੍ਰਭ ਅੰਤਰਜਾਮੀ ਅੱਗੇ ਪ੍ਰੇਰਨਾ ਵਾਸਤੇ ਅਰਦਾਸ ਕਰਨੀ ਚਾਹੀਦੀ ਕਿ ਇੱਧਰ ਨੂੰ ਪ੍ਰੇਰਨਾ ਕਰੋ, ਸੇਵਾ ਸਿਮਰਨ ਵਾਲੇ ਪਾਸੇ ਲਾਓ। ਇੱਕ ਬੜੀ ਸੋਹਣੀ ਮਹਾਤਮਾ ਨੇ ਸਾਖੀ ਲਿਖੀ ਹੈ ਕਿ ਮਨੁੱਖ ਬੜਾ ਕੁਝ ਪ੍ਰਾਪਤ ਕਰ ਸਕਦਾ ਜੇ ਕਿਤੇ ਆਲਸ ਨਾ ਹੋਵੇ। ਕਹਿੰਦੇ ਕੋਈ ਸਾਧੂ
ਆਪਣੇ ਚੇਲੇ ਦੇ ਨਾਲ ਕਿਸੇ ਗ੍ਰਸਤੀ ਦੇ ਘਰ ਗਿਆ। ਉਹਨੇ ਆਓ ਭਗਤ ਕੀਤੀ, ਸਤਿਕਾਰ ਕੀਤਾ। ਸਾਧੂ ਨੇ ਆਖਿਆ ਪ੍ਰਸ਼ਾਦਾ ਛਕਣਾ, ਉਹਨੇ ਛਕਾਇਆ। ਹਨੇਰਾ ਹੋ ਗਿਆ, ਰਾਤ ਉੱਥੇ ਹੀ ਠਹਿਰ ਗਏ। ਰਾਤ ਸਾਧੂ ਨੇ ਪੁੱਛਿਆ ਵੀ ਜ਼ਮੀਨ ਤੇ ਤੇਰੀ ਬੜੀ ਦੇਖਣ ਨੂੰ ਮੈਨੂੰ ਲੱਗਦੀ ਹੈ, ਪਰ ਬੀਜਿਆ ਤੇ ਤੂੰ ਕੁਝ ਵੀ ਨਹੀਂ। ਉਹ ਸਾਧੂ ਬੜਾ ਹੈਰਾਨ ਵੀ ਇੰਨੀ ਜ਼ਮੀਨ ਹੈ ਤੋਂ ਪਰ ਵਿੱਚ ਕੁਝ ਵੀ ਨਹੀਂ। ਉਹਨੇ ਕੀ ਕੀਤਾ, ਸਾਧੂ ਨੂੰ ਕਹਿਣ ਲੱਗਾ ਮਹਾਰਾਜ ਲਿਖਣ ਵਾਲੇ ਨੇ ਬੜੀ ਸੋਹਣੀ ਸਿੱਖਿਆ ਦੇਣ ਵਾਸਤੇ ਲਿਖੀ ਹੈ। ਉਹ ਕਹਿੰਦਾ ਜੀ ਇੱਕ ਮੱਝ ਹੈਗੀ, ਦੁੱਧ ਬੜਾ ਦਿੰਦੀ ਹੈ, ਉਹਦੇ ਨਾਲ ਕੰਮ ਚਲਾ ਛੱਡੀਦਾ, ਕਿਹੜਾ ਵਾਵੇ, ਕਿਹੜਾ ਬੀਜੇ, ਕਿਹੜਾ ਵੱਢੇ, ਕਿਹੜਾ ਵੇਚੇ, ਕੰਮ ਸੌਖਾ ਚੱਲੀ ਜਾਂਦਾ ਹੈ। ਰਾਤ ਪਈ, 2 ਵਜੇ। ਉਹ ਸਾਧੂ ਚੇਲੇ ਨੂੰ ਕਹਿਣ ਲੱਗਾ ਚੱਲ ਨਿਕਲੀਏ ਇੱਥੋਂ। ਉਹ ਕਹਿੰਦਾ ਮਹਾਰਾਜ ਉਹ ਤਾਂ ਪ੍ਰੇਮੀ ਬੜਾ ਵਾ ਆਪਣਾ। ਕਹਿੰਦਾ ਚੱਲ ਚੱਲੀਏ ਇੱਥੋਂ, ਤੇ ਨਾਲ ਹੀ ਏਦਾਂ ਕਰ ਵੀ ਮੱਝ ਵੀ ਖੋਲ ਲਾ, ਲੈ ਕਹਿ ਕੇ ਸਤਿਨਾਮ ਸ੍ਰੀ ਵਾਹਿਗੁਰੂ, ਮੱਝ ਵੀ ਖੋਲ ਲਾ ਨਾਲ ਹੀ ਇਹਦੀ। ਉਹ ਚੇਲੇ ਦੇ ਮਨ 'ਚ ਬੜੀ ਸ਼ਸ਼ੋ ਪੰਜ, ਏਡਾ ਵੱਡਾ ਸੇਵਾਦਾਰ ਹੋਵੇ, ਇੰਨੀ ਸਾਡੀ ਸੇਵਾ ਕਰਦਾ ਹੋਵੇ, ਇੱਕ ਉਹ ਤੋਂ ਮੱਝ ਆ ਤੇ ਸਾਧ ਕਹਿੰਦਾ ਇਹ ਵੀ ਖੋਲ ਲਾ ਇਹਦੀ। ਹੁਣ ਉਹ ਗੁਰੂ ਸੀ, ਉਹ ਸਿੱਖ ਸੀ, ਉਹ ਮਹਾਤਮਾ ਸੀ, ਮੁਰਸ਼ਦ ਸੀ ਇਹ ਸਿੱਖ। ਉਹਨੇ ਸਤਿਨਾਮ ਕਹਿ ਕੇ ਖੋਲ ਲਈ ਤੇ ਲੈ ਕੇ ਤੁਰ ਪਏ। ਚੇਲੇ ਦੇ ਮਨ ਦੇ ਵਿੱਚ ਇਹ ਬੜਾ ਸ਼ਸ਼ੋ ਪੰਜ ਪਿਆ ਰਿਹਾ ਵੀ ਇੰਨੀ ਸੇਵਾ ਕੀਤੀ, ਇੰਨਾ ਸਤਿਕਾਰ ਕੀਤਾ ਤੇ ਅਸੀਂ ਚੰਗਾ ਉਹਦਾ ਗੁਣ ਪਾਇਆ, ਚੰਗੀ ਕਰਕੇ ਆਏ ਉਹਦੇ ਨਾਲ, ਭੁੱਖਾ ਮਰਨ ਨੂੰ ਛੱਡ ਆਏ ਉਹਨੂੰ। ਚਲੋ ਸਮਾਂ ਬੀਤਿਆ। ਕਾਫੀ ਸਮਾਂ ਲੰਘਣ ਤੋਂ ਬਾਅਦ ਉਹ ਜਿਹੜਾ ਚੇਲਾ ਸੀ ਨਾ, ਉਹਦੇ ਮਨ 'ਚ ਆਈ ਵੀ ਵੇਖੀਏ ਤੇ ਸਹੀ ਬਣਿਆ ਕੀ ਉਹਦਾ। ਉਹ ਵਾਪਸ ਗਿਆ ਤੇ ਉਹਨੂੰ ਕਹਿੰਦਾ ਸੱਜਣਾ ਮੈਨੂੰ ਜਾਣਦਾ ਸੀ, ਫਲਾਣੇ ਸਮੇਂ ਦਰ ਤੋਂ 10-12 ਸਾਲ ਪਹਿਲਾਂ ਆਏ ਸੀ। ਕਹਿੰਦਾ ਆ ਗਿਆ ਚੇਤਾ ਜਿੱਦਣ ਮੱਝ ਚੋਰੀ ਹੋਈ ਸੀ। ਹਾਂ ਕਹਿੰਦਾ ਬਸ ਉਧਰ। ਤੇ ਫਿਰ ਤੇਰਾ ਗੁਜ਼ਾਰਾ ਕਿੱਦਾਂ ਹੋਇਆ? ਉਹ ਕਹਿਣ ਲੱਗਾ ਵੀ ਜਦੋਂ ਮੱਝ ਚੋਰੀ ਹੋਈ ਦੁਖੀ ਤੇ ਮੈਂ ਵੀ ਬੜਾ ਹੋਇਆ। ਤੇ ਮਨ ਦੇ ਵਿੱਚ ਟੈਨਸ਼ਨ ਬੜੀ ਸੀ ਵੀ ਕਰੂੰਗਾ ਕੀ। ਫਿਰ ਹੌਸਲਾ ਕੀਤਾ ਤੇ ਲੱਕੜਾਂ ਵੱਢਣੀਆਂ ਸ਼ੁਰੂ ਕੀਤੀਆਂ ਤੇ ਵੇਚੀਆਂ। ਜਿਹੜੇ ਪੈਸੇ ਮਿਲੇ ਥੋੜਾ ਬਹੁਤਾ ਬੀਜ ਲਿਆਂਦਾ ਤੇ ਫਸਲ 'ਚ ਬੀਜਣਾ ਸ਼ੁਰੂ ਕੀਤਾ। ਜ਼ਮੀਨ ਬੜੀ ਸੀ ਖੁੱਲੀ, ਉਹ ਫਸਲ ਚੰਗੀ ਹੋਈ। ਉਹ ਤੋਂ ਜਿਹੜੇ ਪੈਸੇ ਵੱਟੇ ਫਿਰ ਬਾਗ ਬਗੀਚੇ ਲਾਏ। ਉਹ ਚੇਲੇ ਨੇ ਆਣ ਕੇ ਦੇਖਿਆ ਵੀ ਇਹਦੇ ਤੇ ਫਸਲ ਹੀ ਬੜੀ ਸੋਹਣੀ ਹੈ, ਬਾਗ ਬਗੀਚੇ ਲੱਗੇ ਹੋਏ ਨੇ। ਤੇ ਉਹ ਪੁੱਛਦਾ ਵਾ ਵੀ ਮੈਨੂੰ ਪਛਾਣਿਆ ਸੀ ਉਹ ਹੀ ਆ ਜਿਹੜੇ ਅੱਜ ਤੋਂ 10-12 ਸਾਲ ਪਹਿਲਾਂ ਆਏ ਸੀ। ਕਹਿੰਦਾ ਜਿੱਦਣ ਮੱਝ ਚੋਰੀ ਹੋਈ ਸੀ। ਕਹਿੰਦਾ ਫਿਰ ਗੁਜ਼ਾਰਾ ਕਹਿੰਦਾ ਸਾਹਮਣੇ ਵੇਖ। ਉਦਣ ਤੇ ਬਹੁਤ ਪਛਤਾਇਆ, ਪਰ ਅੱਜ ਕਹਿੰਦਾ ਸਮੇਂ ਬਾਅਦ ਮੈਂ ਸੋਚਦਾ ਜੇ ਚੋਰੀ ਨਾ ਹੁੰਦੀ ਤੇ ਆਪਾਂ ਕਿਹੜਾ ਹਿੰਮਤ ਕਰਨੀ ਸੀ। ਜ਼ਮੀਨ ਤੇ ਬੜੀ ਸੀ, ਬਿਨਾਂ ਮਿਹਨਤ ਤੋਂ ਸਭ ਕੁਝ ਮਿਲੀ ਜਾਂਦਾ ਸੀ। ਉਹ ਚੋਰੀ ਹੋਈ ਤੇ ਮਿਹਨਤ ਕੀਤੀ ਤੇ ਅੱਜ ਵਾਹਿਗੁਰੂ ਪਰਮੇਸ਼ਰ ਦੀ ਐਸੀ ਕਿਰਪਾ ਹੈ, ਦੇਖ ਫਸਲਾਂ ਖੜੀਆਂ ਨੇ, ਬਾਗ ਬਗੀਚੇ ਲੱਗੇ ਨੇ। ਹੁਣ ਸਿੱਖਿਆ ਬੜੀ ਸੋਹਣੀ ਇਹਦੇ ਹੋ ਗਈ ਸਾਡੀ। ਇਹ ਬੰਦਾ ਜ਼ਿੰਦਗੀ 'ਚ ਬਹੁਤ ਕੁਝ ਕਰ ਸਕਦਾ ਹੈ, ਪਰ ਜੇ ਆਲਸ ਰੂਪ ਮੱਝ ਨਾ ਕੱਢੇ ਘਰੋਂ ਉਹਨਾਂ ਚਿਰ ਕੁਛ ਨਹੀਂ ਬਣਨਾ ਇਹਦਾ। ਇਸ ਕਰਕੇ ਆਲਸ ਰੂਪ ਮੱਝ ਕੱਢ ਦੇ ਜੇ ਜ਼ਿੰਦਗੀ 'ਚ ਕੁਝ ਬਣਨਾ ਹੀ ਨਹੀਂ। ਤੇ ਬੀਤ ਜੈ ਹੈ ਜਨਮ ਅਕਾਜ ਰੇ। ਇਹ ਜਾ ਰਿਹਾ ਹੈ, ਸਭ ਦਾ ਜਾ ਰਿਹਾ, ਸਾਰਿਆਂ ਦੀ ਲੰਘਦੀ ਜਾਰੀ, ਕਿਸੇ ਨੂੰ ਪੁੱਛਦਾ ਤੇ ਹੈ ਨਹੀਂ। ਤਾਂ ਜਿੰਨਾ ਕਾਲ ਸਮਾਂ ਹੈ ਇਹ ਸਭ ਏਦਾਂ ਹੀ ਬਤੀਤ ਹੁੰਦਾ ਜਾ ਰਿਹਾ। ਤਾਂ ਜਿਹੜਾ ਸਮਾਂ ਇਹ ਸਫਲਾ ਹੋਵੇ, ਇਸ ਕਰਕੇ ਵਾਹਿਗੁਰੂ ਪਰਮੇਸ਼ਰ ਤੋਂ ਵਿਦਵਾਨ ਲੋਕ, ਸੰਤ ਲੋਕ, ਮਹਾਤਮਾ ਲੋਕ ਅਰਥ ਕਰਦੇ ਆ ਨਮਸਕਾਰ ਰੂਪੀ ਭਗਤੀ ਕਰ, ਬੰਦਗੀ ਕਰ, ਭਜਨ ਕਰ, ਜਾਂ ਫਿਰ ਨਮੋ ਸਰਬ ਕਾਲੇ, ਜਿਹੜਾ ਸਾਰਿਆਂ ਸਮਿਆਂ ਦੇ ਵਿੱਚ ਬੈਠਾ ਹੈ।
ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਤੇ ਆਉਣ ਵਾਲੇ ਸਮੇਂ 'ਚ ਵੀ ਨਾਨਕ ਹੋਸੀ ਵੀ ਸੱਚ। ਵਾਹਿਗੁਰੂ ਹਰ ਸਮੇਂ ਦੇ ਵਿੱਚ ਹੈ। ਐਸੇ ਵਾਹਿਗੁਰੂ ਨੂੰ ਦਸਵੇਂ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮੋ ਸਰਬ ਦਿਆਲੇ, ਜਿਹੜਾ ਸਾਰਿਆਂ ਤੇ ਦਇਆ ਕਰਨ ਵਾਲਾ ਹੈ, ਦਇਆ ਦਾ ਆਲੇ ਘਰ ਹੈ, ਦਇਆ ਦਾ ਸਰੂਪ ਹੈ। ਐਸੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ। ਨਮੋ ਸਰਬ ਰੂਪੇ, ਜਿਹੜਾ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਰੂਪ ਹੈ, ਜਿਹੜਾ ਹਰ ਇੱਕ ਦੇ ਅੰਦਰ ਬੈਠਾ ਹੈ, ਸਾਰੇ ਉਹਦੇ ਹੀ ਰੂਪ ਨੇ, ਸਭ ਉਹ ਤੋਂ ਪੈਦਾ ਹੋਏ ਨੇ। जैसे एक आग ते पलूका कोट, आग उठे न्यारे न्यारे होए कर फिर आग में मिलाहेंगे। जैसे एक धूर ते अनेक धूर पूरत है, धूर के कलूका फिर धूर ही सवाहे। जिवें अग दे विचों चिंगियाड़े निकलते हैं, अग दा स्वरूप ही ने, अग च ही समाउंदे ने। धूड़ दे कण हवा करके उड़दे ने, धूड़ दा स्वरूप ही अखीर हवा तो बाद फिर मिट्टी दे विच ही मिल जाते हैं। तो दसवें पातशाह कहते ने जैसे एक आग ते कलूका कोट, आग उठे न्यारे न्यारे होए के फिर आग में बुलाहेंगे। जैसे एक धूर ते अनेक धूर पूरत है, धूर के कलूका फिर धूर ही समाहेंगे। जैसे एक नद ते नदी दे विचों लहरां उठदियां, नदी का रूप ही ने, ਜਦੋਂ ਥੱਲੇ ਡਿੱਗਣਗੀਆਂ ਫਿਰ ਨਦੀ 'ਚ ਹੀ। ਇੰਨੇ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਕਹਿੰਦੇ ਨੇ ਤੈਸੇ ਬਿਸਮ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹਿ। ਇਸ ਕਰਕੇ ਜੋ ਦੀਸੈ ਸੋ ਤੇਰਾ ਰੂਪ। ਸੰਤਾਂ ਦੀ ਮਹਾਤਮਾ ਦੀ ਨਿਗਾਹ ਇਦਾਂ ਦੀ ਹੈ ਕਿ ਜੋ ਵੀ ਦਿਸ ਰਿਹਾ ਹੈ, ਸੁਣ ਰਿਹਾ ਹੈ, ਇਹ ਸਾਰਾ ਵਾਹਿਗੁਰੂ ਪਰਮੇਸ਼ਰ ਜੀ ਦਾ ਹੀ ਰੂਪ ਹੈ। ਵਾਹਿਗੁਰੂ ਪਰਮੇਸ਼ਰ ਹੀ ਸਰੂਪ ਧਾਰ ਕੇ ਬੈਠਾ ਹੈ। ਨਮੋ ਸਰਬ ਭੂਪੇ, ਨਮਸਕਾਰ ਹੈ ਜੋ ਸਾਰਿਆਂ ਦਾ ਭੂ ਕਹਿੰਦੇ ਧਰਤੀ ਨੂੰ, ਪਾ ਕਹਿੰਦੇ ਪਤੀ ਨੂੰ, ਰਾਜਾ ਹੈ। ਭੂਪ ਹੋ ਗਿਆ ਬਾਦਸ਼ਾਹ, ਰਾਜਾ ਉਹ ਹਰ ਸਮਾਨ ਨਹੀਂ ਰਾਜਾ। ਵਾਹਿਗੁਰੂ ਵਰਗਾ ਬਾਦਸ਼ਾਹ ਕੋਈ ਨਹੀਂ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਨਿਵਾਜੈ। ਤਾਂ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਦਾ ਬਾਦਸ਼ਾਹ ਹੈ, ਸ਼੍ਰੋਮਣੀ ਹੈ, ਸਭ ਤੋਂ ਵੱਡਾ ਹੈ, ਉਹਨੂੰ ਸੱਚੇ ਪਾਤਸ਼ਾਹ ਕਹਿੰਦੇ ਹਨ ਮੇਰੀ ਨਮਸਕਾਰ ਹੈ। ਨਮੋ ਸਰਬ ਖਾਪੇ, ਖਾਪਣਾ, ਖਪਾਉਣਾ, ਖਤਮ ਕਰਨਾ। ਸੰਸਾਰ ਨੂੰ ਖਤਮ ਕਰਨ ਵਾਲਾ ਵੀ ਉਹੀ ਹੈ। ਹੌਲੀ ਹੌਲੀ ਆਪੋ ਆਪਣੇ ਸਮੇਂ ਤੇ ਸਾਰੇ ਹੀ ਸਭ ਕੋਈ ਆਈ ਵਾਰੀਏ ਦੇ ਮਹਾਂਵਾਕਾਂ ਅਨੁਸਾਰ ਘਰ ਘਰ ਇਹੋ ਪਹੁੰਚਾ। ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਉਹ ਦੇਹ ਦੇਣ ਆ ਰਹੇ ਹਨ। ਤਾਂ ਸਾਰਿਆਂ ਨੂੰ ਖਤਮ ਕਰਨ ਵਾਲਾ ਵੀ ਉਹ ਆਪ ਹੀ ਹੈ। ਕਿਉਂ ਹਰ ਜਗ੍ਹਾ ਪ੍ਰਮਾਤਮਾ ਦੇ ਪਿਆਰਿਆਂ ਨੂੰ ਉਹੀ ਦਿਖਦਾ ਹੈ। ਖੁਸ਼ੀ ਵਿੱਚ ਵੀ ਉਹੀ ਦਿਖਦਾ ਹੈ, ਗਮੀ ਵਿੱਚ ਵੀ ਉਹੀ ਦਿਖਦਾ ਹੈ, ਸੁੱਖ ਵਿੱਚ ਵੀ ਉਹੀ ਦਿਖਦਾ ਹੈ, ਦੁੱਖ ਦੇ ਵਿੱਚ ਵੀ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਹੀ ਹਰ ਥਾਂ ਤੇ ਦਿਖਦਾ ਹੈ, ਹਰ ਜਗ੍ਹਾ ਤੇ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਤੇ ਬਾਣੀ ਦੇ ਵਿੱਚ ਇੱਥੋਂ ਤੱਕ ਵੀ ਕਹਿ ਦਿੰਦੇ ਹਨ ਕਿ ਹੇ ਪਰਮੇਸ਼ਰ ਜੀ, ਤੂੰ ਆਪ ਹੀ ਭਿਖਾਰੀ ਹੈ ਤੇ ਆਪ ਹੀ ਤੂੰ ਦਾਨ ਦੇਣ ਵਾਲਾ ਦਾਨੀ ਹੈ, ਦਾਤਾ ਹੈ, ਬਾਦਸ਼ਾਹ ਹੈ, ਰਾਜਾ ਹੈ। ਸਾਰੇ ਸਰੂਪ ਤੇਰੇ ਹੀ ਹਨ, ਸਾਰਿਆਂ ਦੇ ਅੰਦਰ ਤੂੰ ਹੀ ਬੈਠਾ ਹੈ। ਪਰ ਜੇ ਬਾਹਰੋਂ ਦੇਖਿਆ ਜਾਵੇ ਤੇ ਕਿੰਨਾ ਫਰਕ ਹੈ।
गरीब बंदे दे कपड़े पाटे ने। गरीब सज्जन जिहड़ा है ਉਹਦੀ उपाधि होर तरह की है। ਜਿਹਦੇ ਕੋਲੋਂ ਦਾਨ ਮੰਗਦਾ ਪਿਆ ਉਹ ਗੱਡੀ 'ਚ ਬੈਠਾ ਹੈ, ਚੰਗੇ ਕੱਪੜੇ ਪਾਏ ਨੇ, ਚੰਗੀ ਗੱਡੀ ਹੈ। ਅੱਜ ਸਵੇਰੇ ਵੀ ਬੇਨਤੀ ਕੀਤੀ ਸੀ ਵੀ ਜਿਵੇਂ ਕੋਈ ਕਥਾਵਾਚਕ ਸੱਜਣ ਵਿਆਹ ਤੋਂ ਕਥਾ ਕਰਕੇ ਬਾਹਰ ਨਿਕਲਿਆ, ਉਹਦੀ ਗੱਡੀ ਮੰਗਤਿਆਂ ਨੇ ਘੇਰ ਲਈ। ਉਹ ਕਹਿਣ ਲੱਗਾ ਸ਼ੀਸ਼ਾ ਲਾ ਕੇ, ਭਰਾਓ ਮੈਂ ਵੀ ਤੁਹਾਡੇ ਵਰਗਾ ਹੀ ਹਾਂ। ਹੁਣ ਸੁਣਨ ਵਾਲੇ ਜਾਂ ਵੇਖਣ ਵਾਲੇ ਨੇ ਆਖਿਆ ਵੀ ਉਹ ਤੇ ਮੰਗਤਾ, ਤੂੰ ਵੀ ਮੰਗਤਾ ਹੈ। ਜੇ ਵੇਖਿਆ ਜਾਵੇ ਗੱਲ ਤੇ ਕੋਈ ਝੂਠੀ ਨਹੀਂ ਹੈ। ਉਹ ਲੋਕਾਂ ਦੇ ਮੰਗਤੇ ਨੇ ਤੇ ਜਿਹੜਾ ਕਥਾ ਕਰਨ ਵਾਲਾ ਉਹ ਰੱਬ ਦਾ ਮੰਗਤਾ ਹੈ, परमात्मा का मंगता है। तो कोई कह सकता वा भी तुसी भी तो मंगनी तुरे फिरदे हो, पर फर्क बड़ा है। जिन्हां ने लोकां तो मंगया वो सारी उम्र ही मंगते रहे, ते जिन्हां रब दे नाम तो मंगया चंगियां गड्डियां च चढ़े फिरदे ने, चंगे कपड़े पाउंदे ने, सत्कार हुंदा है, नाले लोइयां नाले सरोपे ते नाले पैसे दे के कहते भेटा वा। ये नहीं कोई कहता भी कि तेरी दिहाड़ी आ या तेरे इन्ना तेरा खर्चा बनता है सारे मंगते। पर जे मंगना है तो रब तो मंगो, ओदे दर ते मंगते जे बन जाइए तो फिर किसी दुनियावी बंदे अगे हाथ अड्डण की लोड़ नहीं रहेगी। तो सतगुरु सच्चे पातशाह की निगाह च सब उहो ही है, हर थां ते उही बैठा है। ब्रह्म ज्ञानी की जिहड़ी दृष्टि है वो महाराज कहते अमृत बरसी। ब्रह्म ज्ञानी तो उहदे तो बिना होर कोई उहनूं दिखदा ही नहीं है। इस करके जे सारिआं नूं पैदा करन वाला वो है, तीन देवते मन्ने ने, पैदा करने वाले ब्रह्मा जी, पालन वाले विष्णु जी, ते लैता करने वाले या खत्म करने वाले शिव जी। पर लोग दोवां की पूजा ज्यादा करते हैं, पालन वाले की ते मारन वाले की। पालन वाले की भी नहीं इन्नी करते जिन्ना मौत तो डर लगता है। हिंदुस्तान च सब तो वध भगवान शिव की पूजा होती, मौत चीकां कढाउंदी है हरेक दी। जिन्हें पैदा करना सी उन्हें तो करता, काम निपट गया। इस करके ब्रह्मा जी की इस देश की पूजा नहीं होती। एक ही मंदिर है सारे हिंदुस्तान ब्रह्मा जी का। पालन वाला भगवान विष्णु है, उसकी पूजा होती है, पर मारन वाले का डर ज्यादा। इस करके उन्होंने भी इन्नी नहीं होती जिन्नी इन्हों की होती है। मौत का डर ज्यादा है। पर गुरसिख की निगाह दे विच हर जगह ते परमात्मा ही है। गुर ईश्वर, गुर गोरख, बरबा गुर, पार्वती बाई, इन्हां विच भी वाहिगुरु परमेश्वर ही बैठा है। इस करके सारिआं नूं जिहड़ा खत्म करने वाला है उस वाहिगुरु परमेश्वर नूं महाराज कहते मेरी नमस्कार है। जां फिर महात्मा अर्थ करते ने नमो सर्ब खापे। जिहड़े रावण अरगे खप दिंदे सी सारिआं, वो भी एक थां ते हथ जोड़ते ने, किहदे अगे? वाहिगुरू अगे। भी ताकत साडे ते बड़ी है, पर तेरे अगे साडा जोर भी नहीं। हर जेठ जुड़ंदा लोड़ीए, जिस अगे सब निवन, सारिआं नूं निभना पैंदा। ਜਿਹੜੇ ਇੰਨੀ ਤਾਕਤ ਦੇ ਮਾਲਕ ਨੇ, ਖਪ ਸਕਦੇ ਨੇ ਜਿਹਨੂੰ ਮਰਜ਼ੀ, ਪਰ ਉਹ ਵੀ ਹੱਥ ਕਿੱਥੇ ਜੋੜਦੇ ਨੇ? ਜਦੋਂ ਵਾਹਿਗੁਰੂ ਦੇ ਅੱਗੇ ਆਉਂਦੇ ਨੇ ਤਾਂ ਉਹਨਾਂ ਦੇ ਵੀ ਹੱਥ ਜੋੜ ਜਾਂਦੇ ਨੇ, हे ਪਰਮੇਸ਼ਰ ਜੀ ਤੇਰੇ ਤੋਂ ਵੱਡਾ ਕੋਈ ਨਹੀਂ। ਐਸੇ ਵਾਹਿਗੁਰੂ ਪਰਮੇਸ਼ਰ ਨੂੰ 10ਵੇਂ ਪਾਤਸ਼ਾਹ ਕਹਿੰਦੇ ਮੇਰੀ ਨਮਸਕਾਰ ਹੈ।
ਨਮੋ ਸਰਬ ਥਾਪੇ, ਨਮਸਕਾਰ ਹੈ ਜਿਹੜਾ ਸਾਰਿਆਂ ਨੂੰ ਥਾਪਣ ਵਾਲਾ ਹੈ, ਬਣਾਉਣ ਵਾਲਾ ਹੈ, ਪਾਲਣ ਵਾਲਾ ਹੈ। ਨਮੋ ਸਰਬ ਕਾਲੇ, ਜਿਹੜਾ ਸਾਰੇ ਸਮਿਆਂ ਦੇ ਵਿੱਚ ਬੈਠਾ ਹੈ, ਉਸ ਵਾਹਿਗੁਰੂ ਪਰਮੇਸ਼ਰ ਜੀ ਨੂੰ ਨਮੋ ਨਮਸਕਾਰ ਹੈ। ਨਮੋ ਸਰਬ ਪਾਲੇ, ਤੇ ਜਿਹੜਾ ਸਾਰਿਆਂ ਦੀ ਪਾਲਣਾ ਕਰਨ ਵਾਲਾ ਹੈ, ਉਹ ਕੌਣ ਹੈ? ਚੀਟੀ ਤੇ ਕੁੰਚਰ ਅਸਤੂਲਾ, ਹਰੇਕ ਦੀ ਪਾਲਣਾ ਕਰਨ ਵਾਲਾ। ਐਸਾ ਕੌਣ? ਵਾਹਿਗੁਰੂ ਪਰਮੇਸ਼ਰ। ਊਡੈ ਊਡ ਆਵੈ ਸਹਿ ਕੋਸਾ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਿਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਐਸੇ ਵਾਹਿਗੁਰੂ ਨੂੰ ਜਿਹੜਾ ਪਾਲਣਾ ਕਰਦਾ ਹੈ, ਉਹਨੂੰ ਨਮਸਕਾਰ ਹੈ। ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਵਿੱਤਰ ਬਾਣੀ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸੰਗਤ ਨੇ ਖਿਮਾ ਬਖਸ਼ਿਸ਼ ਕਰ ਲਈ। ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਦਰ ਤੇ ਹਾਜ਼ਰੀ ਪ੍ਰਵਾਨ ਕਰਨ। ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਅਗਵਾਈ ਦੇ ਵਿੱਚ ਧੰਨ ਬਾਬਾ ਜਵਾਹਰ ਦਾਸ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਸਥਾਨ ਉੱਤੇ ਗੁਰਮਤਿ ਵਿਚਾਰ, ਗੁਰਮਤਿ ਪ੍ਰਚਾਰ ਮਹਾਂਪੁਰਖਾਂ ਦੀ ਆਗਿਆ ਦੇ ਵਿੱਚ ਚੱਲ ਰਿਹਾ ਹੈ। ਸੋ ਸ਼੍ਰੀਮਾਨ ਧੰਨ ਬਾਬਾ ਜਵਾਹਰ ਦਾਸ ਜੀ ਵੀ ਸੱਚਖੰਡ ਵਾਸੀ ਮਹਾਂਪੁਰਸ਼, ਸੰਤ ਮਹਾਤਮਾ, ਬ੍ਰਹਮ ਗਿਆਨੀ ਸਤ ਜੀਵ ਹੈ, ਨਹੀਂ ਮਰਦਾ। ਸੋ ਮਹਾਂਪੁਰਸ਼ ਵੀ ਆਪਣੇ ਚਰਨਾਂ 'ਚ ਹਾਜ਼ਰੀ ਪ੍ਰਵਾਨ ਕਰਨ ਜੀ। ਆਓ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਕੇ ਸਮਾਪਤੀ ਕਰੀਏ। ਲੇਖੈ ਕਤੇ ਨਾ ਛੂਟੀਐ, ਖਿਲ ਖਿਲ ਭੂਲਣਹਾਰ, ਬਖਸ਼ਣਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਨਮੋ ਸਰਬ ਖਾਪੇ, ਨਮੋ ਸਰਬ ਥਾਪੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ